सत श्री अकाल जी। तुसीं प्राइम मीडिया टैलीविजन देख रहे हो। दोस्तों मैं हाँ स्वर्ण सिंह टहना ਤੇ हर रोज़ की तरह ही प्रोग्राम खबर की खबर लैके हाज़र हाँ। पहली वड्डी खबर ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ मौसम की हाल बयानी करनी ਬਣਦੀ ਆ। ਲੰਘੇ ਕੱਲ ਪੰਜਾਬ ਦੇ ਵਿੱਚ ਚੋਖੀ ਗਰਮੀ ਪਈ ਆ, ਲਗਭਗ 40 ਡਿਗਰੀ ਤੱਕ ਤਾਪਮਾਨ ਰਿਹਾ। मौसम विभाग ने यह गल कही है कि आउंदे 24 घंटे पंजाब दे विच गर्मी जोर दे उत्ते रहनी आ, पर 11 तो लैके 13 जून तक पंजाब दे विच 3 दिन किड़मण किड़मण कई थावां दे उत्ते होण दी आस है। ये भी गल कही गई है जी कि कई थावां दे उत्ते हनेरी भी चल सकती है। बाकी वक्त दसू भी जो भविष्यवाणी की गई है ये किन्नी कुछ सही साबित हुंदी है, पर हाले अज ते भलक 2 दिन पंजाब दे विच गर्मी लगातार वधनी है। अंदाजे के मुताबिक जिहड़ी पहली वड्डी खबर है वो मनोहर लाल खट्टर दीआं वधियां होईयां मुश्किलां नाल जुड़ी हुई है। तो मुश्किलां वधियां हैगीआं गुरमीत राम रहीम नूं जेल दे विच्चों ते मैदानता हस्पताल दे विच पहुंचण तो बाद वापरे घटनाक्रम दे नाल ते हनीप्रीत नूं अटेंडेंट दे तौर दे उत्ते कार्ड जारी करन दे नाल। पर उस तो पहलां एक होर जानकारी साझी करनी बनदी है। जिहड़े बंदे नूं इल्त करन दी आदत होवे, जिहड़े बंदे नूं कोजी हरकत करन दी आदत होवे, वो टलदी नहीं। पिछले दिनी कंगड़ा रनौत दरबार साहब दे विच टब्बर समेत नतमस्तक होण दे लई आई। सब नूं चंगा लग्या भी चलो इहने जो हुण तक ऊल जलूल गल्लां कीतीआं ये ਉਹ एक पासे रख के ते गुरु दे दर दे उत्ते आई है। शायद इहदे सुभाਅ दे विच, शायद इहदी सोचनी दे विच कोई ना कोई तब्दीली आ जाए। सब नूं अधिकार है अपनी आस्था दे मुताबक किसी भी धार्मिक स्थान दे उत्ते जाण दा। कोई मंदिर जांदा, कोई गुरद्वारे जांदा, कोई मस्जिद जांदा, कोई गिरजा घर जांदा, कोई किते होर जांदा, डेरे दे विच भी जांदा। पर उस तो बाद एक नवीं शरारत की गई कंगना रनौत दे वल्लों। ਉਹਨੇ ਆਪਣੀ एक ऐप ਜਿਹੜੀ नवीं शुरू हुई है भारत ਦੀ ਕੂ ऐप, ਉਹਦੇ ਉੱਤੇ एक तस्वीर पोस्ट की है। ਉਹਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਦੋਂ ਨਤਮਸਤਕ ਹੁੰਦੀ ਆ, ਇਹ ਤਸਵੀਰ ਛਾਪ ਕੇ ਉਹ ਤਸਵੀਰ ਪਾ ਕੇ ਉਹਦੇ ਉੱਤੇ ਕੁਝ ਇਬਾਰਤ ਲਿਖੀ ਗਈ ਹੈ ਜਿਹੜੀ ਕਿ ਸਿੱਖ ਗੁਰੂ ਸਾਹਿਬਾਨ ਦੇ ਉੱਤੇ ਕਿੰਤੂ ਕਰਨ ਵਾਲੀ ਹੈ। ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਉਹਦੇ ਕਰਕੇ ਲੋਕ ਭੜਕੇ ਵੀ ਆ, ਲੋਕਾਂ ਨੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ। ਉਹਨੇ ਇਹ ਗੱਲ ਕਹੀ ਹੈ ਕਿ 10 ਗੁਰੂ ਸਾਹਿਬਾਨ ਸੀ ਜਿਹੜੇ ਇਹ ਹਿੰਦੂ ਧਰਮ ਦੇ ਵਿੱਚੋਂ ਸੀ। ਉਹਨੇ ਇਹ ਗੱਲ ਕਹੀ ਹੈ ਵੀ ਜਦੋਂ ਇਸਲਾਮਿਕ ਲੋਕਾਂ ਦਾ ਬਹੁਤ ਵੱਡਾ ਦਬਦਬਾ ਸੀ, ਜਦੋਂ ਜ਼ਬਰ ਜ਼ੁਲਮ ਕਰ ਰਹੇ ਸੀ, ਉਸ ਵਕਤ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਇੱਕ ਵਿਅਕਤੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਲੁਕਾਈ ਨੂੰ ਸੇਧ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਫਿਰ ਉਹਨੇ ਇਹ ਵੀ ਗੱਲ ਲਿਖੀ ਹੈ ਵੀ ਸਾਰੇ ਦੇ ਸਾਰੇ ਜਿਹੜੇ ਗੁਰੂ ਸਾਹਿਬਾਨ ਆ ਇਹ ਹਿੰਦੂ ਧਰਮ ਦੇ ਵਿੱਚੋਂ ਆਏ ਆ ਤੇ ਹਿੰਦੂ ਧਰਮ ਹੀ ਸ੍ਰੇਸ਼ਟ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹਦੇ ਵੱਲੋਂ ਜਿਹੜੀ ਚਾਲ ਚੱਲੀ ਗਈ, ਉਹਦੇ ਵੱਲੋਂ ਜੋ ਫਿੱਕ ਪਾਉਣ ਦੀ ਗੱਲ ਕੀਤੀ ਗਈ, ਉਹਦੇ ਵੱਲੋਂ ਜਿਹੜੀ ਸ਼ਰਾਰਤ ਜਿਹੜੀ ਇਲਤ ਕੀਤੀ ਗਈ ਹੈ, ਉਹਦੇ ਤੋਂ ਬਾਅਦ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਉਣੀ ਸ਼ੁਰੂ ਹੋ ਗਈਆਂ। ਉਹਦੇ ਵਿੱਚੋਂ ਕਈ ਟਿੱਪਣੀਆਂ ਤਾਂ ਆਪਾਂ ਸਾਂਝੀਆਂ ਵੀ ਨਹੀਂ ਕਰ ਸਕਦੇ ਵੀ ਲੋਕਾਂ ਨੇ ਕੀ ਕੀ ਲਿਖਿਆ। ਕੋਈ ਸਿੱਖ ਧਰਮ ਦੇ ਉੱਤੇ ਸਵਾਲ ਖੜੇ ਕਰ ਰਿਹਾ, ਕੋਈ ਹਿੰਦੂ ਧਰਮ ਦੇ ਉੱਤੇ ਸਵਾਲ ਖੜੇ ਕਰ ਰਿਹਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੰਗਣਾ ਰਣੌਤ ਵਰਗੇ ਲੋਕ ਜਿਨ੍ਹਾਂ ਨੂੰ ਇੱਕ ਦੀਵਾਨੀ ਦੀ ਅਕਲ ਨਹੀਂ ਵੀ ਅਸੀਂ ਕਿਹੜੇ ਮਸਲੇ ਦੇ ਉੱਤੇ ਕੀ ਬੋਲਣਾ ਤੇ ਕਿਹੜੇ ਮਸਲੇ ਦੇ ਉੱਤੇ ਕੀ ਨਹੀਂ ਬੋਲਣਾ, ਉਹ ਧਰਮ ਦੇ ਮੁੱਦੇ ਤੇ ਵੀ ਬੋਲ ਰਹੇ ਆ, ਉਹ ਸਿਆਸਤ ਦੇ ਉੱਤੇ ਵੀ ਬੋਲ ਰਹੇ ਆ, ਉਹ ਕਿਸਾਨਾਂ ਨੂੰ ਅੱਤਵਾਦੀ ਕਹਿਣ ਦੇ ਲਈ ਵੀ ਮਿੰਟ ਲਾਉਂਦੇ ਆ ਤੇ ਆਪਾਂ ਫਿਰ ਵੀ ਉਹਨਾਂ ਨਾਲ ਫੋਟੋਆਂ ਖਿਚਵਾਉਂਦੇ ਆ। ਜਦੋਂ ਦਰਬਾਰ ਸਾਹਿਬ ਦੇ ਵਿੱਚ ਕੰਗਣਾ ਰਣੌਤ ਗਈ, ਉਹ ਨਤਮਸਤਕ ਹੋਵੇ, ਇਹ ਉਹਦੀ ਆਪਣੀ ਨਿੱਜੀ ਸ਼ਖਸੀ ਆਜ਼ਾਦੀ ਆ, ਉਹ ਕਿਸੇ ਧਾਰਮਿਕ ਥਾਂ ਦੇ ਉੱਤੇ ਆਈ ਆ। ਪਰ ਸਾਡੇ ਵਿੱਚੋਂ ਹੀ ਕੁਝ ਲੋਕ ਫੋਟੋਆਂ ਖਿਚਵਾਉਣ ਦੇ ਲਈ ਬੜੇ ਉਤਾਵਲੇ ਰਹੇ ਆ। ਉਹਨਾਂ ਨੂੰ ਇਹ ਭੁੱਲ ਗਿਆ ਜੀ ਕਿ ਇਹਦੇ ਵੱਲੋਂ ਹੀ ਹੁਣ ਤੱਕ ਕਿਸਾਨਾਂ ਨੂੰ ਬਹੁਤ ਵਾਰ ਅੱਤਵਾਦੀ ਆਖਿਆ ਗਿਆ ਤੇ ਉਹਦੇ ਵੱਲੋਂ ਜਾ ਕੇ ਵਾਪਸ ਤੇ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਦੇ ਉੱਤੇ ਟਿੱਪਣੀਆਂ ਅਵਲੀਆਂ ਕਰ ਦਿੱਤੀਆਂ ਗਈਆਂ ਤੇ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਉੱਤੇ ਰਹਿ ਰਹਿ ਕੇ ਦੁੱਖ ਹੁੰਦਾ। ਜੇਕਰ ਕੋਈ ਹੋਰ ਵਿਅਕਤੀ ਹੋਵੇ ਜਿਹੜਾ ਕਿ ਝੋਲੀ ਚੱਕ ਜਾਂ ਨਾ ਹੋਵੇ ਸਰਕਾਰਾਂ ਦਾ, ਤਾਂ ਹੁਣ ਤੱਕ ਨੂੰ ਇਹ ਬਹੁਤ ਵੱਡਾ ਮੁੱਦਾ ਬਣ ਜਾਣਾ ਸੀ ਜੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾ ਦਿੱਤੀਆਂ। ਪਰ ਹੁਣ ਇਸ ਮੁੱਦੇ ਦੇ ਉੱਤੇ ਕੋਈ ਕੁਝ ਨਹੀਂ ਬੋਲਦਾ ਕਿਉਂਕਿ ਸਰਕਾਰਾਂ ਦੇ ਨਾਲ ਜੁੜੇ ਹੋਏ ਮਸਲੇ ਆ, ਕਿਉਂਕਿ ਸਰਕਾਰਾਂ ਦੇ ਵਿਅਕਤੀ ਹੈਗੇ ਆ। ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਕਿ ਜਿਹੜੇ ਇਨਸਾਨ ਨੂੰ ਘਤਿਤ ਕਰਨ ਦੀ ਆਦਤ ਪੈ ਜੇ, ਜਿਹੜੇ ਇਨਸਾਨ ਨੂੰ ਊਲ ਜਲੂਲ ਸ਼ਬਦਾਵਲੀ ਵਰਤਣ ਦੀ ਆਦਤ ਪੈ ਜੇ, ਜਿਹੜੇ ਇਨਸਾਨ ਨੂੰ ਵਿਵਾਦ ਪੈਦਾ ਕਰਕੇ ਤੇ ਖੱਟੀ ਖੱਟਣ ਦੀ ਆਦਤ ਪੈ ਜੇ, ਉਹ ਟਲਦਾ ਨਹੀਂ ਭਾਵੇਂ ਉਹ ਕਿਸੇ ਵੀ ਥਾਂ ਦੇ ਉੱਤੇ ਜਾਵੇ। ਸੋ ਇਸੇ ਕਰਕੇ ਕੰਗਣਾ ਰਣੌਤ ਦਾ ਇਹ ਮਾਮਲਾ ਇਸ ਤਰੀਕੇ ਦੇ ਵਿੱਚ ਉੱਠ ਰਿਹਾ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਮਨੋਹਰ ਲਾਲ ਖੱਟੜ ਦੀ ਸਰਕਾਰ ਇਸ ਵਕਤ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ। ਲੰਘੇ ਕੱਲ ਪੱਤਰਕਾਰਾਂ ਦੇ ਵੱਲੋਂ ਖੱਟੜ ਨੂੰ ਸਵਾਲ ਕੀਤਾ ਗਿਆ ਵੀ ਕੀ ਕਾਰਨ ਆ ਕਿ 26-27 ਦਿਨ ਦੇ ਵਿੱਚ ਗੁਰਮੀਤ ਰਾਮ ਰਹੀਮ ਚੌਥੀ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ। ਇੰਨੀ ਦਰਿਆਦਲੀ ਕਿਉਂ, ਇੰਨਾ ਪਿਆਰ ਕਿਉਂ, ਇੰਨੀ ਮੁਹੱਬਤ ਕਿਉਂ? ਫਿਰ ਅਟੈਂਡੈਂਟ ਦਾ ਕਾਰਡ ਜਿਹੜਾ 9-10 ਦਿਨ ਦੇ ਲਈ ਉਹਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਬਣਾ ਦਿੱਤਾ ਜਾਂਦਾ। ਕੀ ਕਹੋਗੇ ਇਹਦੇ ਬਾਬਤ? ਜੇਕਰ ਕੋਈ ਹੋਰ ਇੱਦਾਂ ਕੈਦੀ ਜੇਲ੍ਹ ਦੇ ਵਿੱਚ ਬੰਦ ਹੋਵੇ, ਉਹਦੇ ਪੇਟ ਦੇ ਵਿੱਚ ਦਰਦ ਹੋਵੇ, ਜੇਕਰ ਉਹਨੂੰ ਫੇਫੜਿਆਂ ਦੀ ਕੋਈ ਸਮੱਸਿਆ ਹੋਵੇ, ਕੀ ਤੁਸੀਂ ਫਿਰ ਵੀ ਉਹਨੂੰ ਰੋਹਤਕ ਦੇ PGI ਦੇ ਵਿੱਚ ਜਾਂ ਮੈਦਾਨਤਾ ਹਸਪਤਾਲ ਦੇ ਵਿੱਚ ਦਾਖਲ ਕਰਵਾਓਗੇ, ਜਾਂ ਫਿਰ ਇਹ ਗੁਰਮੀਤ ਰਾਮ ਰਹੀਮ ਦੇ ਵਾਸਤੇ ਹੀ ਵਿਸ਼ੇਸ਼ ਸਹੂਲਤਾਂ? ਉਹ ਕਹਿੰਦੇ ਨੋ ਕਮੈਂਟ।
ਮੈਂ ਇਸ ਮਸਲੇ ਦੇ ਉੱਤੇ ਕੋਈ ਵਿਚਾਰ ਪੇਸ਼ ਨਹੀਂ ਕਰਨੇ ਚਾਹੁੰਦਾ। ਮੈਂ ਆਪਣੇ ਉੱਪਰਲੇ ਅਧਿਕਾਰੀਆਂ ਦੇ ਨਾਲ ਗੱਲ ਕਰੂੰਗਾ। ਮੁੱਖ ਮੰਤਰੀ ਤੋਂ ਵੀ ਉੱਪਰਲੇ ਅਧਿਕਾਰੀ ਹੁੰਦੇ ਆ, ਇਹ ਸਾਨੂੰ ਕੱਲ੍ਹ ਪਤਾ ਲੱਗਾ, ਅੱਜ ਵੀ ਪਤਾ ਲੱਗਾ। ਸੋ ਦੂਜੀ ਗੱਲ ਇਹ ਹੈਗੀ ਆ ਕਿ ਹਨੀਪ੍ਰੀਤ ਦਾ ਅਟੈਂਡੈਂਟ ਵਾਲਾ ਕਾਰਡ ਆ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਬਹੁਤ ਵੱਡਾ ਇਸ ਵਕਤ ਵਿਵਾਦ ਖੜਾ ਹੋ ਗਿਆ ਕਿ ਗੁਰਮੀਤ ਰਾਮ ਰਹੀਮ ਕਰੋਨਾ ਪੋਜ਼ਿਟਿਵ ਨਹੀਂ, ਕਰੋਨਾ ਰਿਪੋਰਟ ਨੈਗੇਟਿਵ ਆ ਗਈ ਆ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਕਿਵੇਂ ਰੱਖਿਆ ਗਿਆ? ਕਿਉਂਕਿ ਉਹਨਾਂ ਨੂੰ ਜਨਰਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਸਧਾਰਨ ਵਾਰਡ ਦੇ ਵਿੱਚ। ਤੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਲਿਜਾਣ ਤੋਂ ਪ੍ਰਸ਼ਾਸਨ ਆਨਾਕਾਨੀ ਕਰੂਗਾ ਜਾਂ ਇਸ ਮਸਲੇ ਨੂੰ ਕੋਈ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜਦੋਂ ਲੰਘੇ ਕੱਲ੍ਹ ਪੱਤਰਕਾਰਾਂ ਨੇ ਹਰਿਆਣੇ ਦੇ ਜੇਲ੍ਹ ਵਿਭਾਗ ਦੇ ਮੰਤਰੀ ਨੂੰ ਸਵਾਲ ਕੀਤਾ ਵੀ ਇਹ ਅਟੈਂਡੈਂਟ ਨੂੰ ਕਿਵੇਂ ਤੁਸੀਂ ਆਗਿਆ ਦਿੱਤੀ ਆ, ਮਨਚਾਹੇ ਅਟੈਂਡੈਂਟ ਨੂੰ, ਇਹ ਕੀ ਕਾਰਨ ਹੈ ਇਹਦੇ ਪਿੱਛੇ? ਉਹ ਕਹਿੰਦੇ ਵੀ ਕੋਈ ਵੀ ਮਰੀਜ਼ ਹੋਵੇ ਉਹਦੇ ਟੱਬਰ ਦੇ ਇੱਕ ਜੀ ਨੂੰ ਮਿਲਣ ਦੀ ਆਗਿਆ ਮਿਲਦੀ ਆ ਤੇ ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ। ਪਰ ਬਾਅਦ ਦੇ ਵਿੱਚ ਕਾਰਡ ਜਦੋਂ ਰੱਦ ਹੋਇਆ ਤਾਂ ਕਿਸੇ ਦੇ ਕੋਲੇ ਕੋਈ ਉੱਤਰ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਰੋਨਾ ਦੀ ਰਿਪੋਰਟ ਪੋਜ਼ਿਟਿਵ ਤੇ ਨੈਗੇਟਿਵ ਦੇ ਸਸਪੈਂਸ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਪੱਤਾ ਰਾਮ ਰਹੀਮ ਦੀ ਖਾਤਰਦਾਰੀ ਕਰਨ ਤੋਂ ਪਹਿਲਾਂ ਹੀ ਕੱਟਿਆ ਗਿਆ। ਪੁਲਿਸ ਪ੍ਰਸ਼ਾਸਨ ਦੇ ਇਤਰਾਜ਼ ਤੇ ਮੇਦਾਂਤਾ ਹਸਪਤਾਲ ਪ੍ਰਸ਼ਾਸਨ ਨੇ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰੋਹਤਕ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਕੋਵਿਡ ਪੋਜ਼ਿਟਿਵ ਹੋਣ ਮਗਰੋਂ ਮੇਦਾਂਤਾ ਸ਼ਿਫਟ ਕੀਤਾ ਗਿਆ, ਪਰ ਹਸਪਤਾਲ ਦੀ RT-PCR ਰਿਪੋਰਟ ਦੇ ਵਿੱਚ ਰਾਮ ਰਹੀਮ ਦਾ ਕਰੋਨਾ ਟੈਸਟ ਨੈਗੇਟਿਵ ਆਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਜਨਰਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਮੁੱਦੇ ਦੇ ਉੱਤੇ ਜਦੋਂ ਗੁਰਮੀਤ ਰਾਮ ਰਹੀਮ ਦੀ ਅਸਲੀਅਤ ਜਾਣਨ ਦੇ ਲਈ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਸਵਾਲ ਕੀਤਾ ਤਾਂ ਉਹਨਾਂ ਦੇ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। CM ਨੂੰ ਜਵਾਬ ਸ਼ਾਇਦ ਇਸ ਕਰਕੇ ਨਹੀਂ ਸੁਝਿਆ ਕਿਉਂਕਿ ਉਹਨਾਂ ਨੂੰ ਪੁੱਛੇ ਬਗੈਰ ਤਾਂ ਜੇਲ੍ਹ ਅਥਾਰਟੀ ਤੇ ਪੁਲਿਸ ਪ੍ਰਸ਼ਾਸਨ ਨੇ ਗੁਰਮੀਤ ਰਾਮ ਰਹੀਮ ਨੂੰ ਮੇਦਾਂਤਾ ਦੇ ਵਿੱਚ ਸ਼ਿਫਟ ਕਰ ਦਿੱਤਾ ਹੋਵੇ। ਇਸ ਤੋਂ ਬਾਅਦ ਹੁਣ CM ਖੱਟੜ ਹਨੀਪ੍ਰੀਤ ਦੇ ਮਾਮਲੇ ਦੇ ਉੱਤੇ ਕੀ ਜਵਾਬ ਦਿੰਦੇ ਨੇ, ਇਹਦੇ ਬਾਬਤ ਜਾਣਕਾਰੀ ਬਾਹਰ ਨਿਕਲ ਕੇ ਨਹੀਂ ਆਈ। 26 ਦਿਨ ਦੇ ਵਿੱਚ ਚੌਥੀ ਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਡੇਰਾ ਮੁਖੀ ਬਾਹਰ ਆ ਚੁੱਕਿਆ। ਪਹਿਲਾਂ ਬਿਮਾਰ ਮਾਤਾ ਨੂੰ ਵੇਖਣ ਦੇ ਲਈ ਗੁਰਮੀਤ ਰਾਮ ਰਹੀਮ ਸਪੈਸ਼ਲ ਸਿਕਿਉਰਿਟੀ ਪੈਰੋਲ ਤੇ ਮੇਦਾਂਤਾ ਹਸਪਤਾਲ ਪਹੁੰਚਿਆ। ਫਿਰ 2 ਵਾਰ ਪੇਟ ਦੇ ਵਿੱਚ ਬੇਆਰਾਮੀ ਦੀ ਸ਼ਿਕਾਇਤ ਕਰਕੇ ਰੋਹਤਕ ਦੇ PGI ਦੇ ਵਿੱਚ ਚੈੱਕਅਪ ਦੇ ਲਈ ਲਿਆਂਦਾ ਗਿਆ। ਚੌਥੀ ਵਾਰ ਕੋਵਿਡ ਪੋਜ਼ਿਟਿਵ ਹੋਣ ਦੇ ਨਾਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰੋਹਤਕ PGI ਦੇ ਵਿੱਚ ਦੋਵੇਂ ਵਾਰ ਜਦੋਂ ਗੁਰਮੀਤ ਰਾਮ ਰਹੀਮ ਨੂੰ ਕੋਵਿਡ ਟੈਸਟ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਦੱਸਿਆ ਗਿਆ ਸੀ ਕਿ ਰਾਮ ਰਹੀਮ ਨੇ ਇਨਕਾਰ ਕਰ ਦਿੱਤਾ ਹੈ, ਪਰ ਬਾਅਦ ਦੇ ਵਿੱਚ ਉਹ ਜੇਲ੍ਹ ਚਲਾ ਗਿਆ। ਹੁਣ ਉਸੇ ਕੋਵਿਡ ਰਿਪੋਰਟ ਦੇ ਆਧਾਰ ਦੇ ਉੱਤੇ ਮੇਦਾਂਤਾ ਹਸਪਤਾਲ ਦੇ ਵਿੱਚ ਪਹੁੰਚਿਆ ਕਿ ਰੋਹਤਕ ਦੀ PGI ਦਾ ਮਾਹੌਲ ਗੁਰਮੀਤ ਰਾਮ ਰਹੀਮ ਦੇ ਲਈ ਢੁਕਵਾਂ ਨਹੀਂ ਸੀ ਜਾਂ ਉਸ ਨੂੰ ਮੇਦਾਂਤਾ ਵਧੇਰੇ ਸੁਰੱਖਿਅਤ ਤੇ ਗੁਪਤ ਜਾਪਦਾ ਹੈ। ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਹੈ ਤੇ ਉਹ ਬਾਹਰੀ ਦੁਨੀਆ ਦੇ ਨਾਲ ਇਸ ਵਕਤ ਜੁੜਨ ਦਾ ਚਾਹਵਾਨ ਹੈ। ਸ਼ਾਇਦ ਇਸੇ ਕਰਕੇ ਸ਼ਾਇਦ ਉਹ ਸਰਕਾਰੀ ਸਲਾਹ ਦੇ ਨਾਲ ਹੀ ਬਾਹਰ ਆਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਭ ਤੋਂ ਪਹਿਲਾਂ ਉਸ ਨੇ ਪੈਰੋਲ ਦੇ ਉੱਤੇ ਆਉਣ ਦੇ ਲਈ ਅਰਜ਼ੀ ਦਿੱਤੀ। ਹਰਿਆਣਾ ਸਰਕਾਰ ਦੇ ਜੇਲ੍ਹ ਮੰਤਰੀ ਨੇ ਇਸ ਨੂੰ ਕੈਦੀ ਦਾ ਅਧਿਕਾਰ ਕਿਹਾ, ਪਰ ਸਿਰਸਾ ਪ੍ਰਸ਼ਾਸਨ ਦੀ ਰਿਪੋਰਟ ਗੁਰਮੀਤ ਰਾਮ ਰਹੀਮ ਦੇ ਪੁਰਾਣੇ ਵਿਰੋਧ ਕਰਕੇ ਫੈਸਲਾ ਉਸ ਦੇ ਹੱਕ ਵਿੱਚ ਨਹੀਂ ਆਇਆ, ਇਸ ਲਈ ਉਸ ਨੂੰ ਪੈਰੋਲ ਨਹੀਂ ਮਿਲੀ। ਦੂਜੀ ਵਾਰ ਗੁਰਮੀਤ ਰਾਮ ਰਹੀਮ ਨੇ ਪੈਰੋਲ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਾਰ ਵੀ ਸਿਰਸਾ ਦੇ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਉਹਨੇ ਹਾਰ ਨਾ ਮੰਨੀ ਤੇ ਤੀਜੀ ਵਾਰ ਮਾਂ ਨੂੰ ਮਿਲਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ 1 ਦਿਨ ਦੇ ਲਈ ਉਹ ਗੁਰੂਗ੍ਰਾਮ ਜਾਣ ਦੇ ਵਿੱਚ ਸਫਲ ਵੀ ਹੋ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰਮੀਤ ਰਾਮ ਰਹੀਮ ਦਾ ਸਫ਼ਰ ਕਈ ਤਰ੍ਹਾਂ ਦੇ ਵਿਵਾਦਾਂ ਦੇ ਨਾਲ ਜੁੜਿਆ ਰਿਹਾ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਪੈਦਾ ਹੁੰਦੀ ਹੈ ਕਿ ਕੀ ਹਰਿਆਣੇ ਦੇ ਮੁੱਖ ਮੰਤਰੀ, ਹਰਿਆਣੇ ਦੀ ਸਾਰੀ ਕੈਬਨਿਟ, ਹਰਿਆਣੇ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਸੰਬੰਧਿਤ ਜੇਲ੍ਹ ਦੇ ਅਧਿਕਾਰੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਇੱਕ ਟਰਾਇਲ ਤਾਂ ਨਹੀਂ ਕਰ ਰਹੇ? ਟਰਾਇਲ ਤੋਂ ਭਾਵ ਇਹ ਹੈ ਵੀ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਕੋਈ ਨਵਾਂ ਜੁਗਾੜ ਤਾਂ ਨਹੀਂ ਫਿੱਟ ਕੀਤਾ ਜਾ ਰਿਹਾ? ਕਿਉਂਕਿ 26 ਦਿਨ ਦੇ ਵਿੱਚ ਅੱਜ ਤੱਕ ਤੁਸੀਂ ਕਿੰਨੇ ਕੁ ਕੈਦੀ ਵੇਖੇ ਆ ਜਿਹੜੇ ਜੇਲ੍ਹ ਦੇ ਵਿੱਚੋਂ ਮਨਚਾਹੇ ਹਸਪਤਾਲ ਦੇ ਵਿੱਚ ਲਿਆਂਦੇ ਗਏ ਹੋਣ? ਜੇਕਰ ਤੁਹਾਡੇ ਕੋਈ ਜਾਣਕਾਰ ਹੈ ਜਿਹਦੇ ਉੱਤੇ ਬਹੁਤ ਵੱਡੇ ਵੱਡੇ ਜੁਰਮਾਂ ਦੇ ਤਹਿਤ ਪਰਚੇ ਦਰਜ ਹੋਏ ਆ, ਜਿਹਨਾਂ ਨੂੰ ਸਜ਼ਾ ਵੀ ਹੋਈ ਆ, ਭਾਵੇਂ ਉਮਰ ਕੈਦ ਹੋਈ ਆ, ਭਾਵੇਂ ਕੋਈ ਹੋਰ, ਕੀ ਉਹਨੂੰ ਜੇਲ੍ਹ ਦਾ ਪ੍ਰਸ਼ਾਸਨ ਇਸ ਤਰੀਕੇ ਦੇ ਨਾਲ ਬਾਹਰ ਲੈ ਕੇ ਆਉਂਦਾ? ਇਹ ਬਹੁਤ ਵੱਡੇ ਸਵਾਲ ਹੈਗੇ ਆ। ਸੋ ਜਿਹੜੇ ਪੈਰੋਕਾਰ ਆ ਉਹ ਇਹ ਗੱਲ ਕਹਿੰਦੇ ਆ ਕਿ ਸਾਡੇ ਪਿਤਾ ਜੀ ਦੇ ਨਾਲ ਧੱਕਾ ਹੋਇਆ, ਅਤਿਆਚਾਰ ਹੋਇਆ ਤੇ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਇਨਸਾਫ ਮਿਲੂਗਾ। ਪਰ ਰਾਜਨੀਤਿਕ ਮਸ ਰੱਖਣ ਵਾਲੇ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਸਾਰੀਆਂ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ। ਜਿਵੇਂ ਆਪਾਂ ਤਾਰ ਦੇ ਵਿੱਚ ਕਿੰਨਾ ਕੁ ਕਰੰਟ ਆ ਉਹਨੂੰ ਟੈਸਟ ਪੈਨ ਦੇ ਨਾਲ ਚੈੱਕ ਕਰਦੇ ਆ ਵੀ ਇਹਦੇ ਵਿੱਚ ਕਰੰਟ ਹੈ ਜਾਂ ਨਹੀਂ ਹੈ, ਉਵੇਂ ਇਸ ਵਕਤ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਤੇ ਹਰਿਆਣੇ ਦੀ ਸਰਕਾਰ ਦੇ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਕਦੇ 1 ਦਿਨ ਦੇ ਲਈ ਬਾਹਰ ਲਿਆ ਕੇ, ਕਦੇ ਉਹਨੂੰ ਕੋਵਿਡ ਦੇ ਨਾਂ ਦੇ ਉੱਤੇ ਬਾਹਰ ਲਿਆ ਕੇ, ਕਦੇ ਫੇਫੜਿਆਂ ਦੇ ਵਿੱਚ ਸਮੱਸਿਆ ਦੇ ਨਾਂ ਦੇ ਉੱਤੇ ਬਾਹਰ ਲਿਆ ਕੇ ਇਹ ਕਰੰਟ ਚੈੱਕ ਕੀਤਾ ਜਾ ਰਿਹਾ ਵੀ ਭਾਈ ਕਿੰਨਾ ਕੁ ਵਿਰੋਧ ਕੀਤਾ ਜਾ ਰਿਹਾ,
ਕਿੰਨੀ ਕੁ ਸਮੱਸਿਆ ਖੜੀ ਹੋ ਸਕਦੀ ਹੈ ਆਉਂਦੇ ਸਮੇਂ ਦੇ ਵਿੱਚ, ਤੇ ਜੇਕਰ ਨਾ ਸਮੱਸਿਆ ਖੜੀ ਹੋਈ ਤਾਂ ਫਿਰ ਗੁਰਮੀਤ ਰਾਮ ਰਹੀਮ ਨੂੰ ਹੋ ਸਕਦਾ ਬਹੁਤ ਜਲਦ ਲੰਮੀ ਪੈਰੋਲ ਵੀ ਮਿਲ ਜਾਵੇ 2022 ਦੇ ਮੱਦੇਨਜ਼ਰ। ਰਾਮਦੇਵ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਤਰਾਜ਼ਯੋਗ ਟਿੱਪਣੀਆਂ ਕਈ ਵਿਸ਼ਿਆਂ ਦੇ ਉੱਤੇ ਕੀਤੀਆਂ ਜਾਂਦੀਆਂ, ਉਹਦੇ ਕਰਕੇ ਉਹਦਾ ਵਿਰੋਧ ਸਿਖਰ ਦੇ ਉੱਤੇ ਬਿਲਕੁਲ ਉਵੇਂ ਜਿਵੇਂ ਕੰਗਣਾ ਰਣੌਤ ਦਾ ਬਹੁਤਾ ਬੋਲਣ ਦੇ ਕਰਕੇ, ਫਾਹ ਕਰਨ ਦੇ ਕਰਕੇ ਵਿਰੋਧ ਹੁੰਦਾ। ਰਾਮਦੇਵ ਦੇ ਵੱਲੋਂ ਕਦੇ ਕਿਸੇ ਨਾਲ ਪੰਗਾ, ਕਦੇ ਕਿਸੇ ਨਾਲ ਪੰਗਾ, ਕਦੇ ਕਿਸਾਨੀ ਨੂੰ ਕੁਛ ਨਹੀਂ ਸਮਝਣਾ, ਕਦੇ ਉਹਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਜੋ ਕੁਝ ਵੀ ਕੀਤਾ ਜਾ ਰਿਹਾ ਸਿਰਫ ਮੋਦੀ ਸਰਕਾਰ ਹੀ ਕਰਦੀ ਹੈ, ਕਦੇ ਉਹਨੂੰ ਜਾਪਦਾ ਐਲੋਪੈਥੀ ਤਾਂ ਬਕਵਾਸ ਵਿਗਿਆਨ ਆ, ਕਦੇ ਕੁਛ ਤੇ ਕਦੇ ਕੁਛ, ਇੱਦਾਂ ਦੀਆਂ ਗੱਲਾਂ ਕਰਕੇ ਉਹਨੇ ਆਪਦੀ ਕਦਰ ਘਟਾਈ ਕਰਵਾਈ ਆ। ਪਰ ਲੰਘੇ ਕੱਲ੍ਹ ਰਾਮਦੇਵ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਵੀ ਕਿਸਾਨਾਂ ਦੇ ਵਿੱਚ ਕਿੰਨਾ ਦਮ ਹੈ ਤੇ ਮੇਰਾ ਵੀ ਨਿਕਲਣਾ ਇੱਥੋਂ ਦੁੱਭਰ ਹੋ ਸਕਦਾ, ਕਿਉਂਕਿ ਹਰਿਆਣੇ ਦੇ ਭਿਵਾਨੀ ਖੇਤਰ ਦੇ ਵਿੱਚ ਰਾਮਦੇਵ ਇੱਕ ਸਮਾਗਮ ਦੇ ਵਿੱਚ ਆਇਆ ਸੀ। ਉੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਤੇ ਪਤਾ ਲੱਗਾ ਕਿ ਰਾਮਦੇਵ ਕਾਫੀ ਦੇਰ ਤਾਂ ਆਪਦੀ ਗੱਡੀ ਦੇ ਵਿੱਚੋਂ ਹੀ ਨਹੀਂ ਉਤਰਿਆ, ਤੇ ਜਦੋਂ ਗੱਡੀ ਦੇ ਵਿੱਚੋਂ ਉਤਰ ਕੇ ਤੇ ਅੱਗੇ ਜਾਣ ਲੱਗਾ ਤਾਂ ਉਸ ਵਕਤ ਕਿਸਾਨਾਂ ਨੇ ਤੇ ਡਾਕਟਰਾਂ ਨੇ ਕਾਲੇ ਝੰਡੇ ਦਿਖਾਏ ਆ, ਉਹਦਾ ਜ਼ਬਰਦਸਤ ਵਿਰੋਧ ਕੀਤਾ ਤੇ ਰਾਮਦੇਵ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਆ। ਰਾਮਦੇਵ ਜੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਮੈਂ ਕਰਤਾ ਤੇ ਜਿਹੜੀ ਮੈਂ ਲਕੀਰ ਖਿੱਚਤੀ ਤੇ ਉਹਦੇ ਵਰਗੀ ਗੱਲ ਕੋਈ ਨਹੀਂ। ਉਹਨੂੰ ਹੁਣ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਵੇ ਕਿ ਭਾਵੇਂ ਸਰਕਾਰਾਂ ਆਪਦੀਆਂ ਹੋਣ, ਪਰ ਜਿਹੜੇ ਕਿਸਾਨ ਆ, ਜਿਹੜੇ ਡਾਕਟਰ ਆ, ਜਿਹੜੇ ਕਿ ਲੋਕਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਲੋਕ ਆ, ਉਹਨਾਂ ਦੇ ਵੱਲੋਂ ਕਿਸੇ ਦੀ ਈਨ ਨਹੀਂ ਮੰਨੀ ਜਾਂਦੀ ਤੇ ਉਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦਾ ਜਜ਼ਬਾ ਰੱਖਦੇ ਆ। ਇਸੇ ਤਰੀਕੇ ਦੀ ਇੱਕ ਹੋਰ ਖਬਰ ਪ੍ਰਾਪਤ ਹੋਈ ਹੈ। ਨੀਤੀ ਆਯੋਗ ਦੇ ਇੱਕ ਮੈਂਬਰ ਹੈਗੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਇਹ ਗੱਲ ਕਹਿਣੀ ਬੰਦ ਕਰ ਦੇਣ ਵੀ ਭਾਈ ਤਿੰਨੇ ਕਾਨੂੰਨ ਰੱਦ ਕਰੋ ਤੇ ਫਿਰ ਅਸੀਂ ਉੱਠ ਕੇ ਜਾਵਾਂਗੇ। ਜੇਕਰ ਇਹਨਾਂ ਦੇ ਕੋਲੇ ਕੋਈ ਹੋਰ ਪ੍ਰਪੋਜ਼ਲ ਹੈ ਇਹਦੇ ਵਿੱਚ ਸੋਧ ਦੀ, ਜੇਕਰ ਕੋਈ ਤਰਕ ਦੇ ਨਾਲ ਗੱਲ ਸਮਝਾ ਸਕਦੇ ਆ ਤਾਂ ਫਿਰ ਆ ਕੇ ਗੱਲਬਾਤ ਵੀ ਕਰ ਸਕਣਗੇ। ਪਰ ਜੇਕਰ ਇਹ ਗੱਲ ਕਹਿਣਗੇ ਜ਼ਿੱਦ ਕਰਕੇ ਕਿ ਨਹੀਂ ਜੀ ਨਹੀਂ ਅਸੀਂ ਤਾਂ ਇਦਾਂ ਹੀ ਕਰਵਾਵਾਂਗੇ, ਅਸੀਂ ਤਾਂ ਰੱਦ ਕਰਵਾ ਕੇ ਹੀ ਜਾਵਾਂਗੇ, ਤਾਂ ਇਦਾਂ ਗੱਲਬਾਤ ਹੋਣ ਵਾਲੀ ਨਹੀਂ। ਯਾਨੀ ਕਿ ਨੀਤੀ ਆਯੋਗ ਦੇ ਮੈਂਬਰ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਆ, ਰਮੇਸ਼ ਚੰਦਰ ਦੇ ਵੱਲੋਂ, ਕਿ ਅਸੀਂ ਗੱਲ ਤਾਂ ਮੰਨਾਂਗੇ ਜੇਕਰ ਮੋਦੀ ਸਰਕਾਰ ਦੇ ਵੱਲੋਂ ਬਣਾਏ ਗਏ ਕਾਨੂੰਨ ਦੇ ਵਿੱਚ ਤੁਸੀਂ ਸੋਧ ਕਰਵਾਉਣ ਦੇ ਲਈ ਤਾਂ ਸੋਚ ਰੱਖਦੇ ਆ, ਪਰ ਜੇਕਰ ਤੁਸੀਂ ਰੱਦ ਕਰਵਾਉਣ ਦੀ ਗੱਲ ਕਰਦੇ ਫਿਰ ਤੁਸੀਂ ਬੈਠੇ ਰਹੋ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਲੰਘੇ ਕੱਲ ਬਰਨਾਲਾ ਸਾਹਿਬ ਯਾਨੀ ਕਿ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਦੇ ਵਿੱਚ ਬੀਜੇਪੀ ਦਾ ਇੱਕ ਆਗੂ ਪਹੁੰਚਿਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਗਏ ਤੇ ਉਸ ਬੀਜੇਪੀ ਦੇ ਆਗੂ ਦੇ ਵੱਲੋਂ ਉਸ ਕੋਠੀ ਦੇ ਵਿੱਚੋਂ ਬਹਿ ਕੇ ਬਾਹਰ ਨਿਕਲਿਆ ਗਿਆ ਤੇ ਹੁਣ ਇਹ ਪਤਾ ਲੱਗਾ ਕਿ ਕਿਸਾਨਾਂ ਨੇ ਦੋਸ਼ ਲਾਇਆ ਕਿ ਸਾਡੇ ਵਿੱਚ ਗੱਡੀ ਵੀ ਮਾਰੀ ਆ ਉਹਨੇ ਤੇ ਉਹਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ। ਮਤਲਬ ਇਹ ਆ ਵੀ ਭਾਵੇਂ ਪੰਜਾਬ ਦੀ ਗੱਲ ਕਰੀਏ, ਭਾਵੇਂ ਹਰਿਆਣੇ ਦੀ ਗੱਲ ਕਰੀਏ, ਇਸ ਵਕਤ ਬੀਜੇਪੀ ਦੇ ਆਗੂਆਂ ਦੀ ਸਮੱਸਿਆ ਦੇ ਵਿੱਚ ਵਾਧਾ ਹੋਇਆ ਪਿਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਬਰਨਾਲੇ ਦੇ ਵਿੱਚ ਲੰਘੇ ਕੱਲ੍ਹ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਦੇ ਵਿੱਚ ਬੀਜੇਪੀ ਨੇਤਾ ਗੁਰਤੇਜ ਸਿੰਘ ਢਿੱਲੋਂ ਪਹੁੰਚੇ। ਇਸ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾਵਾਂ ਨੂੰ ਲੱਗ ਗਿਆ। ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਬੀਜੇਪੀ ਨੇਤਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਜੂਦ ਪੁਲਿਸ ਬਲ ਨੇ ਬੀਜੇਪੀ ਨੇਤਾ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਭਾਜਪਾ ਨੇਤਾ ਦੀ ਗੱਡੀ ਦਾ ਮੋਟਰਸਾਈਕਲਾਂ ਨਾਲ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਨੇਤਾ ਦੀ ਗੱਡੀ ਕਿਸਾਨ ਨੇਤਾਵਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਨਿਕਲ ਗਈ। ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਕਿਸਾਨਾਂ ਵੱਲੋਂ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਦੇ ਬਾਹਰ ਮੋਰਚਾ ਲਾ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਭਾਜਪਾ ਨੇਤਾ ਉੱਤੇ ਕਿਸਾਨਾਂ ਨੂੰ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਜਾਵੇ ਤੇ ਨੁਕਸਾਨੇ ਮੋਟਰਸਾਈਕਲਾਂ ਨੂੰ ਠੀਕ ਕਰਵਾਇਆ ਜਾਵੇ। ਇਸ ਦੌਰਾਨ ਗੱਲਬਾਤ ਕਰਦੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨੇਤਾਵਾਂ ਦਾ ਵਿਰੋਧ ਜਾਰੀ ਹੈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਸਾਥ ਹੋਣ ਕਰਕੇ ਭਾਜਪਾ ਨੇਤਾ ਬਚ ਨਿਕਲਣ ਦੇ ਵਿੱਚ ਸਫਲ ਹੋ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਪੰਜਾਬ ਦੇ, ਹਰਿਆਣੇ ਦੇ ਤੇ ਹੋਰ ਵੱਖ-ਵੱਖ ਥਾਵਾਂ ਦੇ ਬੀਜੇਪੀ ਨੇਤਾਵਾਂ ਨੂੰ ਇਸ ਗੱਲ ਦਾ ਪਤਾ ਵੀ ਸਾਡਾ ਵਿਰੋਧ ਸਿਖਰ ਦੇ ਉੱਤੇ ਆ, ਤਾਂ ਫਿਰ ਉਹਨਾਂ ਦੇ ਵੱਲੋਂ ਕਿਹੜੀ ਗੱਲੋਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਜਿਹਦੇ ਕਰਕੇ ਇਹੋ ਜਿਹੀਆਂ ਖਬਰਾਂ ਪੈਦਾ ਹੁੰਦੀਆਂ। ਤੇ ਅਗਲੀ ਗੱਲ ਇਹ ਆ ਵੀ ਤੀਜੇ ਦਿਨ ਕੋਈ ਨਾ ਕੋਈ ਨੇਤਾ ਉੱਠ ਕੇ ਗੱਲ ਕਹਿ ਦਿੰਦਾ ਜੀ ਕਿ ਕਾਨੂੰਨ ਤਾਂ ਤਿੰਨੇ ਠੀਕ ਹਨ, ਇਹ ਤਾਂ ਆਮਦਨ ਵਧਾਉਣ ਵਾਲੇ ਹਨ, ਇਹ ਕਿਸਾਨ ਨਹੀਂ, ਇਹ ਤਾਂ ਕਾਂਗਰਸ ਦੇ ਏਜੰਟ ਹਨ, ਇਹ ਤਾਂ ਫਲਾਣੀ ਪਾਰਟੀ ਨੇ ਭੇਜੇ ਹਨ, ਇਹ ਤਾਂ ਗੁੰਮਰਾਹ ਹੋਏ ਹਨ। ਤੇ ਫਿਰ ਪੰਜਾਬ ਦੇ, ਹਰਿਆਣੇ ਦੇ ਤੇ ਹੋਰ ਵੱਖ-ਵੱਖ ਥਾਵਾਂ ਦੇ ਬੀਜੇਪੀ ਦੇ ਨੇਤਾ ਕਿਸਾਨਾਂ ਦੇ ਮੂਹਰੇ ਖੜ ਕੇ ਗੱਲ ਕਿਉਂ ਨਹੀਂ ਸਮਝਾਉਂਦੇ ਵੀ ਭਾਈ ਤੁਹਾਨੂੰ ਗੁੰਮਰਾਹ ਕੀਤਾ ਗਿਆ, ਤੁਸੀਂ ਸਾਡੀ ਗੱਲ ਮੰਨੋ। ਫਿਰ ਉਹ ਕਿਉਂ ਨਹੀਂ ਦੱਸਦੇ ਕਿ ਵੀ ਇਹਨਾਂ ਤਿੰਨਾਂ ਕਾਨੂੰਨਾਂ ਦੇ ਫਲਾਣੇ ਫਾਇਦੇ ਹੈਗੇ ਆ, ਤੁਸੀਂ ਇਸ ਵਕਤ ਗੁੰਮਰਾਹ ਹੋ ਚੁੱਕੇ ਆ। ਜੇਕਰ ਤੁਹਾਨੂੰ ਇਹ ਜਾਪਦਾ ਵੀ ਤਿੰਨੇ ਕਾਨੂੰਨ ਤਾਂ ਆਮਦਨ ਦੁੱਗਣੀ ਕਰਨ ਵਾਲੇ ਆ, ਜੇਕਰ ਤੁਹਾਨੂੰ ਇਹ ਲੱਗਦਾ ਜੀ ਕਿ ਇਹ ਤਿੰਨੇ ਕਾਨੂੰਨ ਤਾਂ ਵਰਦਾਨ ਸਾਬਤ ਹੋਣਗੇ, ਇਹ ਕੋਈ ਸਰਾਪ ਵਾਲੀ ਗੱਲ ਨਹੀਂ, ਤਾਂ ਫਿਰ ਤੁਸੀਂ ਸਾਹਮਣੇ ਖੜ ਕੇ ਉਹਨੂੰ ਸਮਝਾ ਦਿਓ। ਤੁਸੀਂ ਸਮਝਾਉਂਦੇ ਨਹੀਂ, ਉਦੋਂ ਲੁੱਕ ਕੇ ਭੱਜ ਜਾਂਦੇ ਆ। ਪਰ ਜਦੋਂ ਭੱਜ ਜਾਂਦੇ ਆ ਤੇ ਫਿਰ ਇੱਕ ਕਮਰੇ ਦੇ ਵਿੱਚ ਬੈਠ ਕੇ ਨਵੀਂ ਵੀਡੀਓ ਬਣਾ ਦਿੰਦੇ ਆ ਕਿ ਕਿਸਾਨ ਤਾਂ ਗੁੰਮਰਾਹ ਹੋ ਚੁੱਕੇ ਹਨ, ਕਿਸਾਨ ਤਾਂ ਭੜਕੇ ਹੋਏ ਹਨ, ਕਿਸਾਨ ਤਾਂ ਲੀਹੋਂ ਲੱਥੇ ਹਨ, ਕਿਸਾਨ ਤਾਂ ਵਿਕਾਊ ਹਨ, ਇਹ ਕਿਸਾਨ ਹਨ ਹੀ ਨਹੀਂ,
ਇਹ ਤਾਂ ਜੀ ਫਲਾਣੇ ਹਨ, ਇਹ ਢਿੰਗੜੇ ਹਨ। ਇਸ ਕਰਕੇ ਮਸਲੇ ਦਾ ਹੱਲ ਉਦੋਂ ਨਿਕਲਣਾ ਜਦੋਂ ਦੋਵੇਂ ਧਿਰਾਂ ਬੈਠਣਗੀਆਂ। ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਦੱਸਿਆ ਜਾਵੇ ਹਾਈ ਕਮਾਨ ਦੇ ਵੱਲੋਂ, ਬੀਜੇਪੀ ਦੀ ਸਰਕਾਰ ਦੇ ਵੱਲੋਂ, ਕਿ ਆਪਾਂ ਕਦੋਂ ਤੇ ਕਿੱਥੇ ਬੈਠ ਕੇ ਮੀਟਿੰਗ ਕਰਨੀ ਆ। ਪਰ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇਸ ਮਸਲੇ ਦੇ ਉੱਤੇ ਉੱਤਰ ਕੋਈ ਨਹੀਂ ਦਿੱਤਾ ਜਾ ਰਿਹਾ। ਇੱਕ ਹੋਰ ਬੜੀ ਮਹੱਤਵਪੂਰਨ ਜਾਣਕਾਰੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਉਂਦੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚੋਂ ਛੁੱਟੀ ਕੀਤੀ ਜਾ ਰਹੀ ਹੈ। RSS ਦੇ ਵੱਲੋਂ ਇਸ ਵਕਤ ਇੱਕ ਨਵੀਂ ਯੋਜਨਾ ਬਣਾਈ ਗਈ ਹੈ ਕਿ ਯੂਪੀ ਦੇ ਵਿੱਚ ਚੋਣਾਂ ਯੋਗੀ ਆਦਿੱਤਿਆਨਾਥ ਦੇ ਚਿਹਰੇ ਦੇ ਉੱਤੇ ਲੜੀਆਂ ਜਾਣਗੀਆਂ। ਯਾਨੀ ਕਿ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਦੇ ਉੱਤੇ ਚੋਣਾਂ ਨਹੀਂ ਲੜੀਆਂ ਜਾਣੀਆਂ। ਜਿਹੜੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ 4-5 ਦੇ ਵਿੱਚ ਹੋਰ ਥਾਵਾਂ ਤੇ ਵੀ 2022 'ਚ ਚੋਣਾਂ ਹੋਣੀਆਂ, ਕਿਤੇ ਵੀ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਤੇ ਚੋਣਾਂ ਨਹੀਂ ਲੜੀਆਂ ਜਾਣੀਆਂ। RSS ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਵਰਸਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਕਾਬਲੇ ਦੇ ਵਿੱਚ ਮੋਦੀ ਦੇ ਵੱਲੋਂ ਜੋ ਆਪਣੀ ਇਮੇਜ ਬਣਾ ਲਈ ਗਈ ਹੈ, ਕਿਉਂਕਿ ਇਸ ਵਕਤ ਬੀਜੇਪੀ ਦੀ ਇਹੋ ਜਿਹੀ ਧਾਰਨਾ ਬਣੀ ਹੋਈ ਹੈ, ਇਮੇਜ ਬਣ ਗਈ ਹੈ ਕਿ ਮੁਸਲਮਾਨ ਭਾਈਚਾਰੇ ਦੇ ਖਿਲਾਫ ਆ। ਇਸ ਕਰਕੇ ਮੁਸਲਮਾਨ ਭਾਈਚਾਰਾ ਇਕਜੁੱਟ ਹੋ ਕੇ ਤੇ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਹੱਕ ਦੇ ਵਿੱਚ ਭੁਗਤ ਗਿਆ। ਤੇ ਆਪਾਂ ਜਾਣਦੇ ਹਾਂ ਕਿ ਯੂਪੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਰ ਆ ਜਿਹੜੇ ਉਹ ਮੁਸਲਮਾਨ ਭਾਈਚਾਰੇ ਨਾਲ ਵੀ ਸੰਬੰਧਿਤ ਹੈ। ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਦੇ ਉੱਤੇ ਯੋਗੀ ਨੂੰ ਅੱਗੇ ਕਰਕੇ ਹੀ ਚੋਣਾਂ ਲੜੀਆਂ ਜਾਣਗੀਆਂ। ਪਰ ਅਗਲੀ ਗੱਲ ਇਹ ਆ ਵੀ ਪਿਛਲੀ ਵਾਰ ਜਦੋਂ ਹੁਣ 5 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ, ਉਦੋਂ ਪ੍ਰਧਾਨ ਮੰਤਰੀ ਦੀ ਦੀਦੀ ਉਹ ਦੀਦੀ ਇਦਾਂ ਦੀਆਂ ਗੱਲਾਂ ਦੇ ਕਰਕੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਲੋਕਾਂ ਨੇ ਇਹ ਗੱਲ ਕਹੀ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸੂਬੇ ਨੂੰ ਜਿੱਤਣ ਦੀ ਖਾਤਰ ਇਸ ਪੱਧਰ ਦੀਆਂ ਜੇਕਰ ਗੱਲਾਂ ਕਰੂਗਾ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਭਾਰਤ ਇਸ ਵਕਤ ਸਾਰੇ ਪਾਸੇ ਤੇ ਸਾਰੇ ਸੂਬਿਆਂ ਦੇ ਵਿੱਚ ਇੱਕ ਸਮਾਨ ਸੋਚ ਰੱਖਦਾ, ਜਾਂ ਪ੍ਰਧਾਨ ਮੰਤਰੀ ਸਾਹਿਬ ਸਾਰੇ ਸੂਬਿਆਂ ਦੇ ਵਿੱਚ ਇੱਕ ਸਮਾਨ ਸੋਚ ਰੱਖਦੇ ਆ। ਇਸ ਕਰਕੇ ਮੰਨਿਆ ਜਾ ਰਿਹਾ ਵੀ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਕਿ ਕਰੋਨਾ ਮਹਾਮਾਰੀ ਦੇ ਵਿੱਚ ਆਪਣੇ ਅਕਸ ਨੂੰ ਸੱਟ ਮਰਵਾ ਬੈਠੇ ਆ, ਕਿਉਂਕਿ ਇੱਥੇ ਵੇਲੇ ਸਿਰ ਪ੍ਰਬੰਧ ਨਹੀਂ ਕੀਤੇ ਗਏ, ਸ਼ਾਇਦ ਉਹਨਾਂ ਨੂੰ ਪਰੇ ਕਰਕੇ ਤੇ ਸਥਾਨਕ ਨੇਤਾ ਜਿਹੜੇ ਬੀਜੇਪੀ ਦੇ, ਭਾਵੇਂ ਉਹ ਉੱਤਰਾਖੰਡ ਦੇ ਵਿੱਚ ਹੋਣ, ਭਾਵੇਂ ਉਹ ਗੋਆ ਦੇ ਵਿੱਚ ਹੋਣ, ਭਾਵੇਂ ਯੂਪੀ ਦੇ ਵਿੱਚ ਹੋਣ, ਭਾਵੇਂ ਹਿਮਾਚਲ ਦੇ ਵਿੱਚ ਹੋਣ, ਉਹਨਾਂ ਦੇ ਚਿਹਰੇ ਦੇ ਉੱਤੇ, ਉਹਨਾਂ ਦੇ ਨਾਂ ਦੇ ਉੱਤੇ ਚੋਣ ਲੜੀ ਜਾਊਗੀ। ਪ੍ਰਧਾਨ ਮੰਤਰੀ ਮੋਦੀ ਦੀ ਇਸ ਮਾਮਲੇ ਦੇ ਵਿੱਚ ਛੁੱਟੀ ਮੰਨੀ ਜਾਊਗੀ। ਉਹਨਾਂ ਤੋਂ ਰੈਲੀਆਂ ਤਾਂ ਕਰਵਾਈਆਂ ਜਾ ਸਕਦੀਆਂ ਪਰ ਨਾਂ ਨਹੀਂ ਬਹੁਤਾ ਵਰਤਣ ਦਿੱਤਾ ਜਾਊਗਾ। ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਦੌਰਾਨ ਦੂਜੀ ਲਹਿਰ ਦੇ ਵਿੱਚ ਖਾਸ ਕਰਕੇ ਆਕਸੀਜਨ ਦੀ ਘਾਟ ਦੇ ਕਰਕੇ ਜਿੰਨਾ ਵੱਡਾ ਵਿਵਾਦ ਤੇ ਜਿੰਨੀ ਵੱਡੀ ਚਰਚਾ ਛਿੜੀ ਆ ਆਪਾਂ ਸਾਰੇ ਜਾਣਦੇ ਹਾਂ। ਪਰ ਆਗਰੇ ਦੇ ਵਿੱਚੋਂ ਇੱਕ ਨਵੀਂ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਹਸਪਤਾਲ ਦੇ ਮੁਖੀ ਡਾਕਟਰ ਜੈਨ ਦੀ ਆਡੀਓ ਕਲਿੱਪ ਵਾਇਰਲ ਹੋਈ ਹੈ। ਇੱਕ ਨਹੀਂ ਸਗੋਂ 4 ਕਲਿੱਪਾਂ ਵਾਇਰਲ ਹੋਈਆਂ। ਉਹਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਆਪਾਂ ਨਾ ਮੌਕ ਡਰਿਲ ਕਰਨੀ ਆ, ਆਕਸੀਜਨ ਦੀ ਸਪਲਾਈ ਬੰਦ ਕਰ ਦੇਣੀ ਆ। 96 ਮਰੀਜ਼ ਦਾਖਲ ਹੈ ਜਿਹੜੇ ਕਿ ਕਰੋਨਾ ਪੋਜ਼ਿਟਿਵ ਆ, ਕਈ ਹੋਰ ਸਮੱਸਿਆਵਾਂ ਨਾਲ ਵੀ ਜੁੜੇ ਹੋਏ ਆ। ਆਕਸੀਜਨ ਦੀ ਘਾਟ ਹੈ। ਉਹ ਇਹ ਗੱਲ ਕਹਿ ਰਿਹਾ ਜੀ ਕਿ 5 ਮਿੰਟ ਦੇ ਲਈ ਆਕਸੀਜਨ ਬੰਦ ਕਰ ਦਿੰਦੇ ਆ ਤੇ ਜਿਹੜੇ ਝੜਨ ਵਾਲੇ ਆ ਉਹ ਆਪੇ ਝੜ ਜਾਣਗੇ ਤੇ ਜਿਹੜੇ ਬਚਣ ਵਾਲੇ ਆ ਉਹ ਆਪੇ ਬਚ ਜਾਣਗੇ ਤੇ ਫਿਰ 5 ਮਿੰਟ ਦੇ ਲਈ ਉੱਥੇ ਆਕਸੀਜਨ ਬੰਦ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ 22 ਮਰੀਜ਼, 96 ਦੇ ਵਿੱਚੋਂ 22 ਮਰੀਜ਼ਾਂ ਦੀ ਮੌਤ 5 ਮਿੰਟਾਂ ਦੇ ਵਿੱਚ ਹੋ ਜਾਂਦੀ ਹੈ। ਯਾਨੀ ਕਿ ਭਾਰਤ ਦੇ ਵਿੱਚ ਬੇਰਾਂ ਵਾਂਗੂ ਸਮਝਿਆ ਜਾਂਦਾ ਲੋਕਾਂ ਨੂੰ, ਵੀ ਜਿਵੇਂ ਬੇਰ ਝੜਦੇ ਆ। ਉਹ ਕਹਿ ਰਿਹਾ ਜੀ ਕਿ ਸ਼ਾਂਤੀ ਕਰ ਦਿਓ, ਇਹ ਬਸ ਝੜਦੇ ਝੜ ਜਾਣ, ਆਕਸੀਜਨ ਫੇਰ ਹੀ ਪੂਰੀ ਆਊਗੀ ਜੇਕਰ ਆਪਾਂ ਇੱਥੇ ਤੁਰਦਾ ਕਰਾਂਗੇ। ਉੱਦਾਂ ਕਿਸੇ ਨੇ ਬੈੱਡ ਨਹੀਂ ਛੱਡਣਾ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਆਕਸੀਜਨ ਦਾ ਮੌਕ ਡਰਿਲ ਕਰਕੇ 22 ਲੋਕਾਂ ਦੀ ਜਾਨ ਲੈਣ ਵਾਲੇ ਆਗਰਾ ਦੇ ਪਾਰਸ ਹਸਪਤਾਲ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ। ਨਾਲ ਹੀ ਇਸ ਦੇ ਸੰਚਾਲਕ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਮੀਟਿੰਗ ਕਰਕੇ ਇਸ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਤੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਨੇ। ਦੱਸਣਾ ਬਣਦਾ ਹੈ ਕਿ ਆਗਰਾ ਤੇ ਸੂਬੇ ਦੇ ਵਿੱਚ ਜਦੋਂ ਕਰੋਨਾ ਸਿਖਰ ਦੇ ਉੱਤੇ ਸੀ ਤੇ ਚਾਰੇ ਪਾਸੇ ਆਕਸੀਜਨ ਦੀ ਘਾਟ ਸੀ ਤਾਂ ਹਸਪਤਾਲ ਦੇ ਮਾਲਕ ਡਾਕਟਰ ਅਰਿੰਜਾ ਜੈਨ ਨੇ 26 ਅਪ੍ਰੈਲ ਨੂੰ 5 ਮਿੰਟ ਦੇ ਲਈ ਮੌਕ ਡਰਿਲ ਕੀਤੀ ਸੀ। ਇਸ ਦੌਰਾਨ 22 ਮਰੀਜ਼ਾਂ ਦੀ ਮੌਤ ਹੋ ਗਈ। ਉਸ ਵਕਤ ਹਸਪਤਾਲ ਦੇ ਵਿੱਚ 96 ਮਰੀਜ਼ ਭਰਤੀ ਸਨ। ਇਹ ਮੌਕ ਡਰਿਲ ਉਹਨਾਂ ਮਰੀਜ਼ਾਂ ਦੇ ਉੱਤੇ ਇੱਕ ਤਜਰਬਾ ਸੀ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ ਹਸਪਤਾਲਾਂ ਦੇ ਵਿੱਚ ਡਾਕਟਰ ਇਹੋ ਜਿਹੀਆਂ ਕਰਤੂਤਾਂ ਕਰਨਗੇ ਤਾਂ ਫਿਰ ਲੋਕ ਯਕੀਨ ਕਿਹਦੇ ਉੱਤੇ ਕਰਨਗੇ। ਹਾਲਾਂਕਿ ਡਾਕਟਰਾਂ ਦੇ ਵੱਲੋਂ, ਹਸਪਤਾਲ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਇਹ 4 ਆਡੀਓ ਕਲਿੱਪਾਂ ਵਾਇਰਲ ਹੋਈਆਂ, ਜਿਹਦੇ ਵਿੱਚ ਇੱਕ ਦੇ ਵਿੱਚ ਡਾਕਟਰ ਕਹਿ ਰਿਹਾ ਜੀ ਕਿ ਇੱਥੇ ਮੌਕ ਡਰਿਲ ਕਰਨੀ ਪੈਣੀ ਆ, ਇੱਕ ਦੇ ਵਿੱਚ ਕਹਿ ਰਿਹਾ ਜੀ ਕਿ ਮੁੱਖ ਮੰਤਰੀ ਵੀ ਆਕਸੀਜਨ ਪੈਦਾ ਨਹੀਂ ਕਰ ਸਕਦਾ, ਇੰਨੇ ਵੱਡੇ ਪੱਧਰ ਤੇ ਕਿੱਲਤ ਚੱਲਦੀ ਹੈ। ਹੁਣ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਆਡੀਓ ਕਲਿੱਪ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਪਰ ਜੇਕਰ ਇਹ ਸਾਰਾ ਕੁਝ ਠੀਕ ਹੈ ਤਾਂ ਲੋਕਾਂ ਦਾ ਕੀ ਕਸੂਰ ਹੈ? ਨਾਲੇ ਤਾਂ ਪੈਸਿਆਂ ਦੀ ਪੰਡ ਡਾਕਟਰਾਂ ਨੂੰ ਦੇਣ ਜਾ ਕੇ ਹਸਪਤਾਲਾਂ ਨੂੰ ਚਮਕਾਉਣ ਦੇ ਵਿੱਚ ਯੋਗਦਾਨ ਇਹਨਾਂ ਲੋਕਾਂ ਦਾ। ਕੋਈ ਜ਼ਮੀਨਾਂ ਵੇਚ ਕੇ ਲਿਆਉਂਦਾ, ਕੋਈ ਆਪਣਾ ਪ੍ਰੋਵੀਡੈਂਟ ਫੰਡ ਕਢਾ ਕੇ ਲਿਆਉਂਦਾ, ਕੋਈ ਉਮਰ ਭਰ ਦੀ ਜਮ੍ਹਾਂ ਪੂੰਜੀ ਲੈ ਕੇ ਆਉਂਦਾ, ਕੋਈ ਘਰ ਵੇਚ ਕੇ ਆਉਂਦਾ, ਕੋਈ ਕਿਵੇਂ ਪ੍ਰਬੰਧ ਕਰਦਾ ਔਖਾ ਸੌਖਾ, ਤੇ ਬਾਅਦ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਉੱਤੇ ਤਜਰਬਾ ਕਰਦੇ ਹੋ। 5 ਮਿੰਟ ਦੇ ਵਿੱਚ 22 ਲੋਕ ਆ ਜਿਹੜੇ ਮਾਰ ਦਿੰਦੇ, ਕਤਲ ਕਰ ਦਿੰਦੇ ਹੋ।
ਤੇ ਕਸੂਰ ਕਿਸੇ ਦਾ ਕੀ ਹੈ। ਸੋ ਦੁੱਖ ਹੁੰਦਾ ਭਾਰਤ ਦੇ ਵਿੱਚ ਇਹੋ ਜਿਹੀਆਂ ਵੀ ਖਬਰਾਂ ਪੈਦਾ ਹੁੰਦੀਆਂ। ਇਹ ਉਹ ਵੇਲਾ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਗੱਲ ਕਹਿੰਦੇ ਰਹੇ ਕਿ ਆਕਸੀਜਨ ਕੀ ਦੇਸ਼ में कोई कमी नहीं है। ਜਦੋਂ ਯੋਗੀ ਆਦਿੱਤਿਆਨਾਥ ਕਹਿੰਦੇ ਰਹੇ ਆ ਕਿ ਅਗਰ ਆਕਸੀਜਨ ਕੀ ਕੋਈ ਕਮੀ ਪੈਦਾ ਕਰੇਗਾ ਤਾਂ ਸਖਤੀ ਵਰਤेंगे, ਹੁਣ ਇਹਦੇ ਉੱਤੇ ਸਖਤੀ ਵਰਤ ਲਓ। ਉਹ ਆਪਣੇ ਮੂੰਹੋਂ ਕਬੂਲ ਕਰ ਰਿਹਾ ਕਿ ਅਸੀਂ ਤਾਂ ਮੌਕ ਡਰਿਲ ਕਰਤੀ ਹੈ। ਇਹ ਮੌਕ ਡਰਿਲ ਨਹੀਂ, ਅਸਲ ਦੇ ਵਿੱਚ ਮੌਤ ਦੀ ਡਰਿਲ ਸੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਹੈ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।